सतनाम करता पुरख निर्भव निर्वैर अकाल मूरत अजुनी सैवं गुर प्रसाद। जप आद सच जुगाद सच है भी सच। नानक होसी भी सच। अगम अगोचर सच साहिब मेरा। नानक बोले बुलाया तेरा। जेता जियो पिंड सब तेरा। तू अंतरजामी पुरख भगवान। दासन दास कह जन नानक। जिहा तू कराए तेहा हों करी बख्यान। सतनाम श्री वाहिगुरु साहिब जी। महला पहला। लख नेकियां चंगियाइयां लख पुन्ना परवान। लख तव उपर तीरथां सहज जोग बेवान। लख सुर तन संग्राम रण में छुटै प्राण। लख सुरती लख ज्ञान ध्यान पढ़िए पाठ पुराण। जिन करतै करना कीया लिखिया आवन जान। नानक मति मिथ्या करम सच्चा निशान। पौड़ी सच्चा साहिब एक तू जिन सच्चो सच वरताया। जिस तू दे तिस मिलै सच ता तिनी सच कमाया। सतगुर मिलिया सच पाया जिनके हृदय सच वसाया। मूर्ख सच ना जाननी मनमुखी जन्म गवाया। विच दुनिया काहे आया विच दुनिया काहे आया। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ। इस पावन स्थान ते गुरबाणी की जो लड़ीवार कथा चल रही है तिस दे तहत आसा की वार दी 8वीं पौड़ी और इस दे नाल 2 श्लोक। पहले श्लोक की विचार आप जी ने श्रवण की है। इस समय जो दूसरा श्लोक अते पौड़ी का शब्द पाठ आप जी ने श्रवण किया है। सतगुरु जी के पावन अमृत बचन श्री गुरु ग्रंथ साहिब महाराज जी के पावन अंग 467 ते सुभाएमान हैं। ਸਾਹਿਬ सच्चे पातशाह इन्हां पावन अमृत बचनों द्वारा जो उपदेश बख्शिश कर रहे हैं संसार दे विच धर्म के नाम ते बहुत कुछ हुंदा है। ਸਾਹਿਬ सच्चे पातशाह जी पावन अमृत द्वारा उपदेश बख्शिश कर रहे ने। ऐ मनुख तू किन्ने भी तरह के
नेक काम कर, चंगे काम कर, दान पुण्य कर। ਜਦੋਂ ਤੱਕ ਤੂੰ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ, ਉਦੋਂ ਤੱਕ ਤੂੰ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਦੁਨੀਆ ਦੇ ਜਿੰਨੇ ਵੀ ਧਾਰਮਿਕ ਕਰਮ ਨੇ ਉਹ ਸਾਰੇ ਮੁਬਾਰਕਯੋਗ ਹਨ, ਪਰ ਜਿਹੜੇ ਕਰਮਾਂ ਦੇ ਵਿੱਚ ਕਰਮ ਕਾਂਡ ਆ ਜਾਵੇ, ਉਹ ਕਰਮ ਰੱਬ ਨਾਲ ਨੇੜਤਾ ਬਣਾਉਣ ਦੀ ਬਜਾਏ ਦੂਰੀ ਬਣਾ ਦਿੰਦੇ ਹਨ। ਧਾਰਮਿਕ ਕਰਮ ਜਿੰਨੇ ਵੀ ਹਨ ਉਹ ਸਾਨੂੰ ਰੱਬ ਦੇ ਨੇੜੇ ਕਰਨ ਵਾਸਤੇ ਹਨ। ਪਰ ਜਦੋਂ ਮਨੁੱਖ ਬੇਸਮਝੀ ਦੇ ਵਿੱਚ ਜਾਂ ਆਪਣੀ ਹੂੜਮਤੀ ਦੇ ਵਿੱਚ ਉਹ ਕਰਮ ਕਰੀ ਜਾਂਦਾ ਹੈ, ਤਾਂ ਹੋਰ ਪਰਮਾਤਮਾ ਨਾਲੋਂ ਵਿੱਥ ਪੈ ਜਾਂਦੀ ਹੈ, ਦੂਰੀ ਵੱਧ ਜਾਂਦੀ ਹੈ। ਉਸ ਸੱਚੇ ਮਾਲਕ ਵਾਹਿਗੁਰੂ ਨੇ ਸਾਰੇ ਪਾਸੇ ਸੱਚ ਵਰਤਾਇਆ ਹੈ। ਉਸ ਵਾਹਿਗੁਰੂ ਪਰਮਾਤਮਾ ਨੇ ਗੁਰੂ ਦੇ ਦੁਆਰਾ ਸੱਚੇ ਨਾਮ ਦਾ ਵਰਤਾਰਾ ਵਰਤਿਆ ਹੈ ਸਾਰੇ ਪਾਸੇ। ਤੇ ਪਾਤਸ਼ਾਹ ਫਰਮਾਨ ਕਰਦੇ ਨੇ, ਕੋਈ ਵੀ ਆਪਣੇ ਬਲ ਨਾਲ, ਆਪਣੀ ਤਾਕਤ ਦੇ ਨਾਲ, ਆਪਣੀ ਸਮਝ ਦੇ ਨਾਲ ਉਸ ਦਾਤ ਨੂੰ ਨਹੀਂ ਲੈ ਸਕਦਾ ਜਦੋਂ ਤੱਕ ਰੱਬ ਆਪ ਨਾ ਦੇਣਾ ਚਾਹਵੇ। ਮਹਾਰਾਜ ਉਹ ਦਾਤ ਮਿਲਦੀ ਕਿਵੇਂ ਹੈ? ਪਾਤਸ਼ਾਹ ਕਹਿੰਦੇ ਸਤਿਗੁਰੂ ਦੇ ਦੁਆਰਾ। ਸਾਰੇ ਪਾਸੇ ਵਾਹਿਗੁਰੂ ਦਾ ਪਸਾਰਾ ਹੈ, ਪਰ ਸਾਨੂੰ ਪ੍ਰਾਪਤ ਨਹੀਂ ਹੁੰਦਾ। ਉਹਦੇ ਦੋ ਕਾਰਨ ਨੇ। ਇੱਕ ਤਾਂ ਮਨੁੱਖ ਆਪਣਾ ਹੰਕਾਰ ਨਹੀਂ ਛੱਡਦਾ, ਆਪਣੀ ਮੱਤ ਨਹੀਂ ਛੱਡਦਾ। ਜਿੰਨੇ ਵੀ ਧਾਰਮਿਕ ਕਰਮ ਕਰਦਾ ਹੈ ਹੰਕਾਰ ਵਿੱਚ ਕਰਦਾ ਹੈ, ਆਪਣੀ ਮੱਤ ਵਿੱਚ ਕਰਦਾ ਹੈ। ਦੂਸਰਾ, ਮਹਾਰਾਜ ਕਹਿੰਦੇ ਜਦੋਂ ਤੱਕ ਤੂੰ ਸੱਚੇ ਸਤਿਗੁਰੂ ਦੇ ਚਰਨਾਂ ਨਾਲ ਨਹੀਂ ਜੁੜਦਾ, ਉਦੋਂ ਤੱਕ ਤੈਨੂੰ ਸੱਚ ਦੀ ਪ੍ਰਾਪਤੀ ਨਹੀਂ ਹੋਣੀ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ, ਭਾਵੇਂ ਕਿ ਉਹ ਸਾਰੇ ਪਾਸੇ ਹੈ। ਜਿਵੇਂ ਧਰਤੀ ਦੇ ਵਿੱਚ ਇਹ ਤਾਸੀਰ ਹੈ, ਆਪਾਂ ਕੋਈ ਵੀ ਬੀਜ ਬੀਜੀਏ ਉਹ ਹਜ਼ਾਰਾਂ ਗੁਣਾ ਜ਼ਿਆਦਾ ਹੋ ਕੇ ਵਾਪਸ ਮਿਲਦਾ ਹੈ। ਆਪਾਂ ਇੱਕ ਬੂਟਾ ਲਾਇਆ ਫਲ ਵਾਲਾ, ਪਤਾ ਨਹੀਂ ਕਿੰਨੇ ਕੁ ਫਲ ਉਹ ਬੂਟਾ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਦੇ ਜਾਂਦਾ ਹੈ। ਧਰਤੀ ਦੇ ਵਿੱਚ ਕੋਈ ਕਮੀ ਨਹੀਂ, ਸਾਰੀ ਧਰਤੀ ਦੇ ਵਿੱਚ ਵਾਹਿਗੁਰੂ ਨੇ ਉਸ ਚੀਜ਼ ਨੂੰ ਵਰਤਾਇਆ ਹੈ, ਉਹ ਸ਼ਕਤੀ ਵਰਤਾਈ ਹੈ ਕਿ ਇੱਕ ਬੀਜ ਕੋਈ ਵੀ ਬੀਜੋਗੇ ਉਹਦਾ ਫਲ ਤੁਹਾਨੂੰ ਹਜ਼ਾਰਾਂ ਗੁਣਾ ਹੋ ਕੇ ਜ਼ਿਆਦਾ ਮਿਲੇਗਾ। ਪਰ ਸਾਨੂੰ ਉਹ ਵਿਧੀ ਆਉਣੀ ਚਾਹੀਦੀ ਹੈ। ਜੇਕਰ ਵਿਧੀ ਨਹੀਂ ਹੈ ਸਾਡੇ ਕੋਲ, ਤੇ ਆਪਾਂ ਵਿਧੀ ਤੋਂ ਬਿਨਾਂ ਧਰਤੀ ਵਿੱਚ ਬੀਜ ਬੀਜਾਂਗੇ, ਸਾਨੂੰ ਫਲ ਨਹੀਂ ਮਿਲੇਗਾ। ਕਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ। ਬੇਰੁੱਤਾ ਬੀਜ ਬੀਜਿਆ, ਫਲ ਨਹੀਂ ਮਿਲਿਆ। ਉਹਦੀ ਮਰਿਆਦਾ ਹੈ। ਫਿਰ ਜਿਵੇਂ ਮਹਾਰਾਜ ਕਹਿੰਦੇ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਰੁੱਤ ਹੋਵੇ ਫਸਲ ਬੀਜਣ ਦੀ, ਪਰ ਧਰਤੀ ਵਿੱਚ ਵੱਤਰ ਨਾ ਹੋਵੇ। ਵੱਤਰ ਤੋਂ ਬਿਨਾਂ ਵੀ ਬੀਜ ਬੀਜੋਗੇ ਫਲ ਨਹੀਂ ਮਿਲੇਗਾ। ਇੱਕ ਤਾਂ ਬੇਰੁੱਤਾ ਬੀਜ ਫਲ ਨਹੀਂ ਦੇਵੇਗਾ, ਇੱਕ
ਰੁੱਤ ਹੈ ਪਰ ਵੱਤਰ ਨਹੀਂ ਸੀ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਸਾਰੀਆਂ ਥਾਵਾਂ 'ਤੇ ਹੈ, ਪਰ ਸਾਨੂੰ ਪ੍ਰਾਪਤ ਨਹੀਂ ਹੁੰਦਾ। ਵਾਹਿਗੁਰੂ ਹੈ ਤਾਂ ਸਾਰੀਆਂ ਥਾਵਾਂ 'ਤੇ। ਤੁਸੀਂ ਆਪਣੇ ਘਰ ਵਿੱਚ ਬੂਟਾ ਲਾਓ, ਉਹਨੂੰ ਵੀ ਫਲ ਲੱਗਣਗੇ। ਖੇਤਾਂ ਵਿੱਚ ਲਾਓ, ਉਹਨੂੰ ਵੀ ਫਲ ਲੱਗਣਗੇ। ਦਰਖਤ ਦੇ ਕਿਨਾਰੇ ਲਾ ਦਿਓ, ਕੰਢੇ 'ਤੇ ਲਾ ਦਿਓ, ਉੱਥੇ ਵੀ। ਨਦੀਆਂ ਦੇ ਕਿਨਾਰੇ ਲਾ ਦਿਓ, ਉੱਥੇ ਵੀ। ਕਿੱਥੇ ਵੀ ਲਾਓ ਫਲ ਦੇਵੇਗਾ, ਪਰ ਉਹਦਾ ਮਰਿਆਦਾ ਹੈ, ਉਹ ਬੀਜਣ ਦਾ ਸਮਾਂ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਹਰ ਇੱਕ ਥਾਂ 'ਤੇ ਹੈ, ਪਰ ਸਾਨੂੰ ਨਹੀਂ ਮਿਲਦਾ। ਉਹਨੇ ਆਪਣਾ ਵਰਤਾਰਾ ਸਾਰੇ ਪਾਸੇ ਵਰਤਾਰਿਆ, ਆਪਣੀ ਸ਼ਕਤੀ ਸਾਰੇ ਪਾਸੇ ਪਸਾਰੀ ਹੈ। ਤੋ ਉਹਦੀ ਮਰਿਆਦਾ ਜਦੋਂ ਤੱਕ ਆਪਾਂ ਨਹੀਂ ਧਾਰਨ ਕਰਾਂਗੇ, ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਹੋਵੇਗੀ। ਜਦੋਂ ਤੱਕ ਉਹਦੀ ਪ੍ਰਾਪਤੀ ਨਹੀਂ, ਹੋਰ ਮਨੁੱਖ ਜਿੰਨੇ ਮਰਜ਼ੀ ਕਰਮ ਕਰੀ ਜਾਵੇ। ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਕੋਈ ਖੇੜਾ ਖੜਾਓ ਖੁਸ਼ੀ ਨਹੀਂ ਆਵੇਗੀ, ਆਨੰਦ ਨਹੀਂ ਆਵੇਗਾ। ਤੋ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਦੁਨੀਆ ਦੇ ਜਿੰਨੇ ਵੀ ਤਮਾਮ ਧਾਰਮਿਕ ਲੋਕ, ਜਿੰਨੇ ਵੀ ਧਰਮਾਂ ਨੂੰ ਮੰਨਣ ਵਾਲੇ ਨੇ, ਗੁਰਬਾਣੀ ਦਾ ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ। ਮੁਸਲਮਾਨ ਵੀਰ ਚੰਗਾ ਕੰਮ ਕਰਨ, ਉਹਨੂੰ ਨੇਕੀ ਕਹਿੰਦੇ ਨੇ। ਮਾੜਾ ਕੰਮ ਹੋਵੇ ਉਹਨੂੰ ਬਦੀ ਕਹਿੰਦੇ ਨੇ। ਆਪਾਂ ਚੰਗਾ ਕੰਮ ਕਹਿੰਦੇ ਹਾਂ, ਚੰਗਿਆਈ ਕਹਿੰਦੇ ਹਾਂ। ਮਹਾਰਾਜ ਕਹਿੰਦੇ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ। ਇੱਕ ਅੱਧੀ ਨੇਕੀ ਨਹੀਂ, ਤੂੰ ਲੱਖਾਂ ਨੇਕੀਆਂ ਕਰੇ। ਨੇਕਾਂ ਹੀ ਚੰਗਿਆਈਆਂ ਕਰੇ। ਬੇਅੰਤ ਚੰਗੇ ਕੰਮ ਕਰਨ ਲੱਗ ਜਾਵੇਂ। ਲੱਖ ਪੁੰਨਾ ਪਰਵਾਨ, ਲੱਖ ਪੁੰਨ ਕਰਮ ਕਰੇ। ਜਿਨ੍ਹਾਂ ਨੂੰ ਦੁਨੀਆ ਪ੍ਰਮਾਣਤਾ ਦੇ ਦੇ, ਹਾਂ ਵੀ ਇਹ ਬੰਦੇ ਦੇ ਸਾਰੇ ਕੰਮ ਚੰਗੇ ਨੇ, ਇਹਨਾਂ ਨੂੰ ਪ੍ਰਵਾਨ ਕਰ ਲਿਆ ਜਾਵੇ। ਦੁਨੀਆ ਪ੍ਰਮਾਣਤਾ ਦੇ ਦਿੰਦੀ ਹੈ ਵੀ ਹਾਂ ਇਹ ਬੰਦੇ ਦੇ ਕੰਮ ਚੰਗੇ ਨੇ, ਇਹੀ ਨੇਕੀ ਹੈ, ਇਹੀ ਚੰਗਿਆਈ ਹੈ, ਵਾਕਿਆ ਹੀ ਇਹ ਠੀਕ ਹੈ, ਇਹਦੇ ਵਿੱਚ ਕੋਈ ਊਣਤਾਈ ਨਹੀਂ। ਕੋਈ ਬੰਦਾ ਲੰਗਰ ਲਾਵੇ, ਆਪਾਂ ਕਹਿੰਦੇ ਆ ਬਹੁਤ ਚੰਗਾ ਕੰਮ ਹੈ, ਆਪਾਂ ਪ੍ਰਵਾਨ ਕਰ ਲਿਆ, ਇਸ ਗੱਲ ਨੂੰ ਪ੍ਰਮਾਣਤਾ ਦੇ ਦਿੱਤੀ। ਕੋਈ ਬੰਦਾ ਅਖੰਡ ਪਾਠ ਕਰਾਵੇ, ਆਪਾਂ ਕਹਿੰਦੇ ਚੰਗਾ ਕੰਮ ਹੈ, ਦੁਨੀਆ ਪ੍ਰਮਾਣਤਾ ਦੇ ਦਿੱਤੀ। ਹੋਰ ਕਿਸੇ ਦਾ ਭਲਾ ਕੀਤਾ, ਕੋਈ ਚੰਗਾ ਕੰਮ ਕੀਤਾ, ਦੁਨੀਆ ਉਹਨੂੰ ਪ੍ਰਮਾਣਤਾ ਦੇ ਦਿੰਦੀ ਹੈ। ਪਰ ਪਾਤਸ਼ਾਹ ਕਹਿੰਦੇ ਇਹਨਾਂ ਕਰਮਾਂ ਨਾਲ ਤੂੰ ਰੱਬ ਦੇ ਘਰ ਵਿੱਚ ਨਹੀਂ ਪ੍ਰਵਾਨ ਹੋਵੇਗਾ। ਕਾਰਨ ਇਹਨਾਂ ਨੇਕੀਆਂ ਚੰਗਿਆਈਆਂ ਦੇ ਵਿੱਚ ਸਾਡੀ ਅਪਣੱਤ ਛੁਪੀ ਹੋਈ ਕਿ ਮੈਂ ਕਰ ਰਿਹਾ ਹਾਂ। ਜਿਹੜਾ ਨਾਮ ਜਪਣ ਵਾਲਾ ਹੈ, ਬੰਦਗੀ ਕਰਨ ਵਾਲਾ ਹੈ, ਨੇਕੀਆਂ ਚੰਗੇ ਕੰਮ ਉਹ ਵੀ ਕਰਦਾ ਹੈ, ਪਰ ਉਹਦੇ ਅੰਦਰ ਇਹ ਨਹੀਂ ਹੁੰਦਾ ਇਹ ਨੇਕੀਆਂ, ਇਹ ਚੰਗਿਆਈਆਂ ਮੈਂ ਕਰ ਰਿਹਾ ਹਾਂ। ਅੱਜ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ 'ਤੇ, ਜੇ ਕੋਈ ਬੰਦਾ ਕਿਸੇ ਨੂੰ ਰੋਟੀ ਵੀ ਖਵਾਉਂਦਾ ਹੈ ਨਾ, ਤਾਂ ਉਹਦੀ ਵੀ ਵੀਡੀਓ ਬਣਾ ਕੇ ਪਾ ਦਿੰਦਾ ਹੈ। ਕਿਸੇ ਨੂੰ ਕੋਈ ਪਾਣੀ ਪਿਆ ਰਿਹਾ ਨਾ, ਤਾਂ ਉਹਦੀ ਵੀ ਵੀਡੀਓ ਬਣਾ ਕੇ ਪਾ ਰਿਹਾ ਹੈ। ਉਹਦਾ ਕਾਰਨ ਕੀ ਹੈ ਕਿ ਦੁਨੀਆ ਦੇਖ ਲੇ ਵੀ ਹਾਂ ਇਹ ਬੰਦੇ ਨੇ ਚੰਗਾ ਕੰਮ ਕੀਤਾ ਹੈ। ਸਤਿਪੁਰਸ਼ ਕਹਿੰਦੇ ਨੇ ਵੀ ਜਿਹੜਾ ਚੰਗਾ ਕਰਮ ਹੈ ਨਾ ਅਤੇ ਜਿਹੜਾ ਨਾਮ ਦਾ ਜਪਣਾ ਹੈ, ਇਹਨੂੰ ਛੁਪਾ ਦੇਣਾ ਚਾਹੀਦਾ ਹੈ। ਇਹ ਕੋਈ ਵੀ ਬੀਜ ਆਪਾਂ ਧਰਤੀ ਵਿੱਚ ਬੀਜਦੇ ਹਾਂ, ਉਹੀ ਬੀਜ ਸਾਨੂੰ ਫਲ ਦਿੰਦਾ ਹੈ। ਜਿਹੜਾ ਬੀਜ ਧਰਤੀ ਵਿੱਚ ਮਿੱਟੀ ਵਿੱਚ ਛੁਪਿਆ ਹੋਵੇ, ਉਹੀ ਅੰਕੁਰ ਮਾਰਦਾ, ਉਹੀ ਪੈਦਾ ਹੁੰਦਾ ਹੈ। ਅਤੇ ਜਿਹੜਾ ਆਪਾਂ ਬੀਜ ਬਹੁਤ ਵਧੀਆ ਲਿਆਈਏ, ਲੋਕਾਂ ਨੂੰ ਵਿਖਾਈ ਜਾਈਏ,
ਧਰਤੀ ਵਿੱਚ ਬੀਜਿਆ ਵੀ, ਕੋਈ ਆਇਆ ਉਹਨੂੰ ਕੱਢ ਕੇ ਵਿਖਾਤਾ, ਵੇਖੋ ਜੀ ਇਹ ਬੀਜ ਬਹੁਤ ਵਧੀਆ ਬੀਜਿਆ। ਕੀ ਉਹ ਬੀਜ ਬੂਟਾ ਬਣੇਗਾ? ਕਦੇ ਵੀ ਬੂਟਾ ਨਹੀਂ ਬਣੇਗਾ। ਤੋ ਇਸ ਤਰ੍ਹਾਂ ਲੋਕ ਪ੍ਰਦਰਸ਼ਨੀ ਬੜੀ ਕਰਨ ਲੱਗ ਪਏ। ਜਿੱਥੇ ਵੀ ਕੋਈ ਮਾੜਾ ਜਿਹਾ ਚੰਗਾ ਕੰਮ ਕੀਤਾ ਉਹਦੀ ਵੀਡੀਓ ਬਣਾ ਕੇ ਆ ਦੇਖੋ ਜੀ, ਕਿਸੇ ਬਜ਼ੁਰਗ ਨੂੰ ਰਸਤਾ ਪਾਰ ਕਰਾ ਦਿੱਤਾ ਉਹਦੀ ਵੀ ਵੀਡੀਓ ਬਣਾ ਕੇ ਪਾਤੀ ਆ, ਦੇਖੋ ਜੀ ਚੰਗਾ ਕੰਮ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨੁੱਖ ਜਿਹੜੀਆਂ ਚੰਗਿਆਈਆਂ ਨੇਕੀਆਂ ਕਰਦਾ ਹੈ, ਐਸਾ ਨਹੀਂ। ਗੁਰਮਤਿ ਵਿੱਚ ਮਹਾਰਾਜ ਨੇ ਕਿਹਾ ਚੰਗੇ ਕੰਮ ਕਰੋ, ਨੇਕੀਆਂ ਕਰੋ, ਪਰ ਇਹਨਾਂ ਦੀ ਪ੍ਰਦਰਸ਼ਨੀ ਨਾ ਕਰੋ। ਤੇ ਮਨੁੱਖ ਲੱਖਾਂ ਨੇਕੀਆਂ ਚੰਗਿਆਈਆਂ ਪੁੰਨ ਕਰਮ ਕਰਦਾ ਹੈ ਤੇ ਦੁਨੀਆ ਉਹਨੂੰ ਪ੍ਰਮਾਣਤਾ ਵੀ ਦੇ ਦਿੰਦੀ ਹੈ ਵੀ ਹਾਂ ਇਹ ਬੰਦੇ ਨੇ ਚੰਗੇ ਕੰਮ ਕੀਤੇ ਨੇ। ਮਹਾਰਾਜ ਅੱਗੇ ਕਹਿੰਦੇ ਲੱਖ ਤਪ ਉਪਰ ਤੀਰਥਾਂ ਸਹਿਜ ਯੋਗ ਬੇਵਾਨ। ਲੱਖਾਂ ਹੀ ਤਰ੍ਹਾਂ ਦੇ ਤਪ ਜਿਹੜੇ ਨੇ ਉਹ ਤੀਰਥਾਂ 'ਤੇ ਜਾ ਕੇ ਕੀਤੇ, ਕਦੇ ਕਿਸੇ ਤੀਰਥ 'ਤੇ ਕਦੇ ਕਿਸੇ ਤੀਰਥ 'ਤੇ ਤਪ ਕਰਨ ਲੱਗ ਪਿਆ ਕਈ ਤਰ੍ਹਾਂ ਦੇ। ਸਹਿਜ ਯੋਗ ਬੇਬਾਨ, ਯੋਗ ਦੇ ਦੁਆਰਾ ਸਵਾਸਾਂ ਨੂੰ ਅੰਦਰ ਕਰਨਾ ਬਾਹਰ ਕਰਨਾ, ਸਹਿਜ ਯੋਗ ਉਹ ਪ੍ਰਾਪਤ ਕਰ ਲਿਆ। ਉਹਦੇ ਦੁਆਰਾ ਸਰੀਰ ਨੂੰ ਸਹਿਜ ਵਿੱਚ ਲੈ ਆਂਦਾ, ਸਮਾਧੀ ਵਿੱਚ ਲੈ ਆਂਦਾ। ਸਹਿਜ ਦਾ ਭਾਵ ਸਹਿਜ ਵਿੱਚ ਆ ਜਾਣਾ, ਬਿਲਕੁਲ ਟਿਕਾ ਵਿੱਚ ਆ ਜਾਣਾ। ਕਈ ਕਈ ਮਹੀਨੇ ਸਮਾਧੀ ਲਾ ਕੇ ਹੀ ਬੈਠਾ ਰਹਿੰਦਾ ਹੈ। ਬੇਬਾਨ ਜੰਗਲ ਬੀਆਬਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਕਰਮ ਬੜੇ ਕੀਤੇ, ਲੱਖਾਂ ਤਰ੍ਹਾਂ ਦੇ ਤਪ ਕੀਤੇ, ਤੀਰਥਾਂ 'ਤੇ ਜਾ ਕੇ ਸਰੀਰ ਦੀ ਸਮਾਧੀ ਲਾਣੀ ਸਿੱਖ ਗਿਆ। ਆਪਾਂ ਵੇਖਦੇ ਹਾਂ ਨਾ ਬੜੀ ਬੜੀ ਸਰੀਰ ਦੀ ਸਾਧਨਾ ਵਾਲੇ ਲੋਕ ਹਨ, ਆਪਾਂ ਨੂੰ ਨਹੀਂ ਪਤਾ ਕਿਉਂਕਿ ਆਪਾਂ ਖੂਹ ਦੇ ਡੱਡੂ ਹਾਂ। ਜਦੋਂ ਆਪਾਂ ਬਾਹਰ ਪਹਾੜਾਂ ਵਿੱਚ ਜਾਓ, ਹੋਰ ਥਾਵਾਂ 'ਤੇ ਕਈ ਕਈ ਐਸੇ ਸਾਧਕ ਪੁਰਸ਼ ਬੈਠੇ ਨੇ, ਕਈ ਕਈ ਸਾਲ ਹੋ ਗਏ ਨੇ ਸਾਧਨਾ ਕਰਦੇ ਹਾਂ, ਬੈਠੇ ਰਹਿੰਦੇ ਨੇ ਸਾਧਨਾ ਕਰਨ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਬੜੇ ਕਰਮ ਕੀਤੇ। ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ। ਲੱਖ ਸੂਰਤਨ ਸੂਰਮਤਾਈ ਵਾਲੇ ਕੰਮ, ਸੂਰਮਿਆਂ ਵਾਲੇ ਕੰਮ। ਲੱਖਾਂ ਹੀ ਇਸ ਤਰ੍ਹਾਂ ਦੇ ਲੋਕ ਜਿਹੜੇ ਜੰਗ ਦੇ ਮੈਦਾਨ ਵਿੱਚ ਜਾ ਕੇ ਸੂਰਮਤਾਈ ਵਾਲੇ ਕਰਮ ਕਰਦੇ ਨੇ, ਸੰਗਰਾਮ ਮਚਾਉਂਦੇ ਨੇ, ਜੰਗ ਕਰਦੇ ਨੇ। ਔਰ ਰਣ ਮੈਂ ਛੁਟੈ ਪ੍ਰਾਣ, ਜਿਨ੍ਹਾਂ ਦੇ ਰਣ ਦੇ ਵਿੱਚ, ਤੱਤੇ ਰਣ ਦੇ ਵਿੱਚ ਪ੍ਰਾਣ ਛੁੱਟ ਜਾਂਦੇ ਨੇ। ਕਈਆਂ ਨੇ ਇਸ ਨੂੰ ਹੀ ਮੁਕਤੀ ਮੰਨ ਲਿਆ ਵੀ ਜਿਹੜਾ ਕੋਈ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ, ਮਰ ਗਿਆ, ਉਹ ਪ੍ਰਵਾਨ ਹੋ ਗਿਆ, ਪ੍ਰਾਣ ਛੁੱਟ ਗਏ ਜਿਹਦੇ ਜੰਗ ਦੇ ਮੈਦਾਨ ਵਿੱਚ। ਇਸ ਨੂੰ ਹੀ ਬੜਾ ਵੱਡਾ ਕਰਮ ਮੰਨ ਲਿਆ। ਮਹਾਰਾਜ ਅੱਗੇ ਕਹਿੰਦੇ ਲੱਖ ਸੁਰਤੀ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਨ। ਅਤੇ ਲੱਖਾਂ ਤਰ੍ਹਾਂ ਕਰਕੇ ਸੁਰਤੀ ਜਿਹੜੀ ਹੈ ਆਪਣੀ, ਇਹਨੂੰ ਉੱਚਾ ਕਰ ਲਿਆ, ਸੁਰਤ ਨੂੰ, ਗਿਆਨ ਵਧਾ ਲਿਆ ਆਪਣਾ। ਲੱਖਾਂ ਹੀ ਲੋਕ ਸੁਰਤ ਦਾ ਧਿਆਨ ਲਾਉਣ ਵਾਲੇ ਹਨ, ਸੁਰਤ ਨੂੰ ਇਕਾਗਰ ਕਰਨ ਵਾਲੇ, ਸਾਧਨਾ ਕਰਨ ਵਾਲੇ। ਲੱਖਾਂ ਤਰ੍ਹਾਂ ਦਾ ਗਿਆਨ ਧਿਆਨ ਅਤੇ ਪਾਠਾਂ ਪੁਰਾਣਾਂ ਦਾ ਪਾਠ ਕਰਨ ਵਾਲੇ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲੇ। ਲੱਖਾਂ ਹੀ ਲੋਕ, ਲੱਖਾਂ ਤਰ੍ਹਾਂ ਦੀਆਂ ਵਿਧੀਆਂ ਨੇ, ਕੋਈ ਕਿਸੇ ਵਿਧੀ ਨਾਲ, ਕੋਈ ਕਿਸੇ ਵਿਧੀ ਦੇ ਨਾਲ। ਲੱਖ ਲੱਖ ਪਾਠ ਕਰਨ ਵਾਲੇ ਹਨ, ਬੜਾ ਬੜਾ ਜਾਪ ਕਰਨ ਵਾਲੇ ਹਨ। ਮਹਾਰਾਜ ਕਹਿੰਦੇ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਨ। ਜਿਸ ਵਾਹਿਗੁਰੂ ਪਰਮਾਤਮਾ ਨੇ ਸਾਰਾ ਕੁਝ ਬਣਾਇਆ ਹੈ, ਜਿਨ ਕਰਤੈ ਕਰਨਾ ਕੀਆ, ਜਿਸ ਕਰਤੇ ਨੇ ਸਾਰਾ ਕੁਝ ਕਰਨਾ ਕੀਤਾ, ਬਣਾਉਣਾ ਕੀਤਾ ਹੈ।
ਕੀ ਕੁਝ ਬਣਾਉਣਾ ਕੀਤਾ, ਉੱਪਰ ਆਪਾਂ ਸਰਵਣ ਕੀਤਾ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਇਹ ਸਾਰਾ ਕੁਝ ਬਣਾਇਆ ਨਾ ਵਾਹਿਗੁਰੂ ਨੇ। ਮਹਾਰਾਜ ਕਹਿੰਦੇ ਲਿਖਿਆ ਆਵਣ ਜਾਣ, ਜਿਸ ਨੇ ਜੰਮਣਾ ਮਰਨਾ ਇਹ ਸਾਰਾ ਇਹ ਖੇਲ ਲਿਖਿਆ ਹੈ, ਉਸ ਦਾ ਨਾਮ ਜਪ ਕੇ ਹੀ ਜੀਵ ਦਾ ਭਲਾ ਹੋਵੇਗਾ। ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਹੋਰ ਜਿੰਨੇ ਵੀ ਮਤ ਉਹ ਸਾਰੇ ਮਿੱਥੇ ਨਾਸਵੰਤ ਹਨ। ਨਾਲ ਨਿਭਣ ਵਾਲਾ ਕੀ ਹੈ? ਕਰਮ ਸੱਚਾ ਨੀਸਾਨ। ਕਰਮ ਕਹੀਏ ਬਖਸ਼ਿਸ਼ ਦਾ, ਵਾਹਿਗੁਰੂ ਦੀ ਬਖਸ਼ਿਸ਼ ਦਾ ਜਿਹੜਾ ਨਿਸ਼ਾਨ ਹੈ, ਰਾਹਦਾਰੀ ਹੈ, ਉਹ ਨਾਲ ਨਿਭਣ ਵਾਲੀ ਹੈ। ਰਾਹਦਾਰੀ ਆਪਾਂ ਵੇਖਦੇ ਹਾਂ ਨਾ, ਜਦੋਂ ਕੋਈ ਗੱਡੀਆਂ ਵਿੱਚ ਸਮਾਨ ਲੱਦ ਕੇ ਇੱਕ ਥਾਂ ਦੂਜੀ ਥਾਂ 'ਤੇ ਲੈ ਕੇ ਜਾਂਦੇ ਨੇ, ਜਿੱਥੋਂ ਲੱਦੇ ਨੇ ਉੱਥੋਂ ਨਾ ਉਹਨਾਂ ਨੂੰ ਕਾਗਜ਼ ਮਿਲਦਾ ਹੈ ਰਾਹਦਾਰੀ ਦਾ। ਰਸਤੇ ਵਿੱਚ ਫਿਰ ਕੋਈ ਪੁੱਛੇ ਤੇ ਉਹ ਵਿਖਾ ਦਿੰਦੇ ਨੇ, ਇਹ ਸਾਡੇ ਕੋਲ ਰਾਹਦਾਰੀ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਤੂੰ ਪਾਰ ਹੋਵੇਂਗਾ, ਹੋਰ ਕੋਈ ਤਰੀਕਾ ਨਹੀਂ। ਕਿਉਂਕਿ ਮਨੁੱਖ ਨੇ ਜਿੰਨੇ ਵੀ ਧਾਰਮਿਕ ਕਰਮ ਕਰਤੇ, ਉਹਨਾਂ ਦੇ ਵਿੱਚ ਆਪਣੇ ਹੰਕਾਰ ਨੂੰ, ਆਪਣੀ ਸਿਆਣਪ ਨੂੰ, ਆਪਣੀ ਚਤਰਾਈ ਨੂੰ ਪਾ ਲਿਆ ਵਿੱਚ। ਪਾਠ ਕਰਨਾ, ਚੰਗੇ ਕਰਮ ਕਰਨੇ ਤਾਂ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ, ਪਰ ਜਿਨ੍ਹਾਂ ਚੰਗੇ ਕਰਮਾਂ ਦੇ ਵਿੱਚ ਅਸੀਂ ਆਪਣੀ ਸਿਆਣਪ ਨੂੰ ਪਾ ਲਿਆ, ਮਹਾਰਾਜ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਇੱਕ ਵਾਰਤਾ ਆਉਂਦੀ ਹੈ। ਉਸ ਤਰ੍ਹਾਂ ਦੇ ਸਿੱਖ ਪਹਿਲਾਂ ਵੀ ਸਨ, ਅੱਜ ਵੀ ਹਨ। ਇਹ ਸਦਾ ਹੀ ਚੱਲੀ ਆਉਂਦਾ ਨਾਲ ਦੀ ਨਾਲ। ਕਿਤੇ ਦੂਰ ਦੇਸ਼ ਤੋਂ ਸਿੱਖ ਆਏ। ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ, ਹੋਰ ਵੀ ਗ੍ਰੰਥਾਂ ਵਿੱਚ ਸਾਖੀ ਦਾ ਜ਼ਿਕਰ ਆਇਆ ਹੈ ਕਿ ਉਹ ਸਿੱਖ ਆਏ ਅਤੇ ਕੀਰਤਨ ਕਰਦੇ ਸਨ। ਉਹਨਾਂ ਦੇ ਵਿੱਚੋਂ ਕੁਝ ਬੜਾ ਉਹਨਾਂ ਨੇ ਅਲਾਪ ਕਰ ਕਰਕੇ ਕੀਰਤਨ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਹੁਣ ਬਾਹਰੋਂ ਤਾਂ ਉਹ ਕਰਮ ਕਰ ਰਹੇ ਨੇ, ਪਰ ਅੰਦਰ ਦੀ ਤਾਰ ਅਜੇ ਨਹੀਂ ਜੁੜੀ। ਬਾਹਰੋਂ ਕਰਮ ਚੱਲ ਰਿਹਾ, ਆਪਾਂ ਵੀ ਉਸੇ ਕੈਟਾਗਰੀ 'ਚ ਅਜੇ ਆ ਜਾਂਦੇ ਹਾਂ। ਬਾਹਰੋਂ ਤੇ ਆਪਣਾ ਕਰਮ ਧਰਮ ਦਾ ਚੱਲ ਰਿਹਾ ਹੈ, ਅਜੇ ਅੰਦਰੋਂ ਗੁਰੂ ਨਾਲ ਨਹੀਂ ਜੁੜੀ, ਉਹ ਸੁਰਤ ਅਜੇ ਗੱਲ ਨਹੀਂ ਬਣੀ। ਅਤੇ ਉਹ ਗੁਰੂ ਪਾਤਸ਼ਾਹ ਜੀ ਦੇ ਕੋਲ ਜਦੋਂ ਉਹਨਾਂ ਨੇ ਸੇਵਾ ਨਿਭਾਈ, ਮਹਾਰਾਜ ਬੜੇ ਖੁਸ਼ ਹੋਏ ਅਤੇ ਸਤਿਗੁਰੂ ਪਾਤਸ਼ਾਹ ਉਹਨਾਂ ਦੇ ਅੰਦਰ ਦੀ ਅਵਸਥਾ ਨੂੰ ਜਾਣਗੇ ਵੀ ਅੰਦਰੋਂ ਉਹ ਖੇਡ ਨਹੀਂ ਹੈ ਜੋ ਬਾਹਰੋਂ ਕਰ ਕਰਕੇ ਵਿਖਾਉਂਦੇ ਨੇ। ਸਤਿਗੁਰੂ ਜੀ ਤੁਹਾਡੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਜਿਵੇਂ ਆਪਾਂ ਵੀ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ ਨਾ ਬੈਰਾਗ ਵਿੱਚ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨ ਆਵੈ ਜੀਓ ਭਾਵੈ ਅੰਨ ਨਾ ਪਾਣੀ। ਅਤੇ ਕਈ ਵਾਰ ਸ਼ਬਦ ਪੜ੍ਹਨ ਵਾਲੇ ਦੀਆਂ ਅੱਖਾਂ ਵਿੱਚੋਂ ਅਥਰੂ ਵੀ ਆ ਜਾਂਦੇ ਨੇ। ਕਥਾ ਕਰਨ ਵਾਲੇ ਦੇ ਅੱਖਾਂ ਦੇ ਵਿੱਚੋਂ ਵੀ ਅਥਰੂ ਆ ਜਾਂਦੇ ਨੇ, ਵੈਰਾਗ ਆ ਜਾਂਦਾ ਹੈ। ਪਰ ਇਹ ਅਸਲ ਵੈਰਾਗ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਹੁਣ ਆਪਣੇ ਸਿੱਖ ਦੇ ਅੰਦਰ ਇਸ ਚੀਜ਼ ਨੂੰ ਨਹੀਂ ਰਹਿਣ ਦਿੰਦੇ। ਮਹਾਰਾਜ ਤੁਹਾਡੇ ਨਾਲ ਬੜਾ ਸਾਡਾ ਪਿਆਰ ਬੜਾ ਹੈ, ਬੜਾ ਸਨੇਹ, ਬੜੀ ਪ੍ਰੀਤ ਹੈ। ਹਫ਼ਤਾ ਕਰੇ ਅਤੇ ਕਹਿਣ ਲੱਗੇ ਮਹਾਰਾਜ ਸਾਨੂੰ ਹੁਣ ਛੁੱਟੀ ਬਖਸ਼ੋ, ਅਸੀਂ ਜਾਣਾ ਹੈ ਵਾਪਸ। ਪਾਤਸ਼ਾਹ ਕਹਿੰਦੇ ਭਾਈ ਤੁਸੀਂ ਤਾਂ ਬੜੇ ਪ੍ਰੇਮ ਵਾਲੇ ਹੋ, ਬੜਾ ਭਿੱਜ ਕੇ ਪਾਠ ਕਰਦੇ ਹੋ, ਕੀਰਤਨ ਕਰਦੇ ਹੋ, ਸਾਡਾ ਦਿਲ ਕਰਦਾ ਹੋਰ ਰਹੋ, ਤੁਸੀਂ ਥੋੜ੍ਹੇ ਦਿਨ ਹੋਰ ਰਹੋ। ਕਹਿੰਦੇ ਸਤ ਬਚਨ ਜੀ ਮਹਾਰਾਜ। ਹਫ਼ਤਾ ਕੁ ਹੋਰ ਲੰਘਿਆ, ਫਿਰ ਕਹਿੰਦੇ ਮਹਾਰਾਜ ਹੁਣ ਛੁੱਟੀ ਬਖਸ਼ੋ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਤੁਹਾਡੀ ਤਾਂ ਬੜੀ ਸਾਡੇ ਨਾਲ ਪ੍ਰੀਤ ਹੈ, ਤੁਹਾਡੀ ਪ੍ਰੀਤ 'ਤੇ ਅਸੀਂ ਰੀਝ ਗਏ ਹਾਂ, ਬੜੇ ਖੁਸ਼ ਹਾਂ ਤੁਹਾਡੇ, ਸਾਡਾ ਦਿਲ ਕਰਦਾ ਹੋਰ ਰਹੋ। ਹੁਣ ਜਦੋਂ 15-20 ਦਿਨ ਲੰਘ ਗਏ, ਉਹਨਾਂ ਨੂੰ ਬੜਾ ਔਖਾ ਹੋ ਗਿਆ ਵੀ ਇਹ ਤਾਂ ਗੱਲ ਆਪਾਂ ਜਿਹੜਾ ਪ੍ਰਚਾਰ ਕਰ ਰਹੇ ਸੀ, ਗੁਰੂ ਦੇ ਕੋਲ ਆ ਕੇ ਆਪਣੀਆਂ ਸਿਆਣਪਾਂ ਵਰਤੇ ਸੀ ਕਿ ਮਹਾਰਾਜ ਤੁਹਾਡੇ ਨਾਲ ਬੜੀ ਪ੍ਰੀਤ ਹੈ,
ਇਹ ਤਾਂ ਗੁਰੂ ਨੂੰ ਦੱਸਣ ਦੀ ਲੋੜ ਹੀ ਨਹੀਂ। ਜੇ ਆਪਣੀ ਪ੍ਰੀਤ ਹੈ ਨਾ, ਗੁਰੂ ਨਾਲ ਪਿਆਰ ਹੈ, ਇਹ ਤੇ ਨਾ ਤਾਂ ਲੋਕਾਂ ਨੂੰ ਦੱਸਣ ਵਾਲੀ ਗੱਲ ਹੈ ਤੇ ਨਾ ਗੁਰੂ ਨੂੰ ਦੱਸਣ ਵਾਲੀ ਗੱਲ ਹੈ। ਕਿਉਂਕਿ ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਜਾਣਦਾ ਆਪਾਂ ਕਿੰਨਾ ਕੁ ਉਹਨੂੰ ਪਿਆਰ ਕਰਦੇ ਹਾਂ, ਕਿੰਨਾ ਕੁ ਉਹਦੇ ਨਾਲ ਪਿਆਰ ਹੈ। ਜਦੋਂ ਮਹਾਰਾਜ ਨਾ ਆਉਣ ਦਿੱਤਾ, ਉਹਨਾਂ ਨੇ ਫਿਰ ਸਕੀਮ ਬਣਾਈ ਹੁਣ, ਕਿਉਂਕਿ ਅੰਦਰ ਪ੍ਰੀਤ ਨਹੀਂ। ਪ੍ਰੀਤ ਪ੍ਰਤੀਤ ਕੀ ਲੇਸ ਬਿਨਾ ਸਿੱਖ ਪੰਡਤ ਗਾਵਤ ਜਾਵਤ ਹਾਰੀ। ਭਾਵੇਂ ਕੋਈ ਕਿੰਨਾ ਵਿਗਿਆਨਵਾਨ ਹੋਵੇ, ਕਿੰਨਾ ਸਿੱਖ ਬਣੇ, ਕੁਝ ਵੀ ਕਰੇ, ਜਦੋਂ ਤੱਕ ਅੰਦਰ ਪ੍ਰਤੀਤ ਨਹੀਂ ਹੈ, ਪ੍ਰੀਤ ਨਹੀਂ ਹੈ, ਉਹਦੀ ਲੇਸ ਤੋਂ ਬਿਨਾਂ ਗਾਇਆ ਹੋਇਆ ਵਿਅਰਥ ਚਲਾ ਜਾਂਦਾ ਹੈ। ਚੰਗੇ ਕੀਤੇ ਹੋਏ ਕੰਮ ਹੀ ਵਿਅਰਥ ਚਲੇ ਜਾਂਦੇ ਨੇ। ਉਹਨਾਂ ਨੇ ਆਖਿਆ ਮਹਾਰਾਜ ਇੱਦਾਂ ਤੇ ਜਾਣ ਨਹੀਂ ਦਿੰਦੇ। ਇੱਕ ਨੂੰ ਕਿਹਾ ਵੀ ਤੂੰ ਮਰਨ ਦਾ ਨਾਟਕ ਕਰ, ਤੇ ਆਪਾਂ ਇਸ ਤਰੀਕੇ ਨਾਲ ਇੱਥੋਂ ਚੱਲਦੇ ਹਾਂ। ਅਰਥੀ ਬਣਾ ਲਈ, ਉਸ ਬੰਦੇ ਨੂੰ ਲੰਮਾ ਪਾ ਲਿਆ ਇੱਕ ਨੂੰ ਉੱਤੇ, ਤੇ ਬੜੇ ਵੈਰਾਗ ਵਿੱਚ ਸ਼ਬਦ ਉੱਚੀ ਉੱਚੀ ਪੜ੍ਹਨ ਲੱਗ ਪਏ। ਜਿੱਥੇ ਮਹਾਰਾਜ ਜੀ ਦਾ ਦੀਵਾਨ ਸਜਿਆ ਸੀ ਉੱਥੋਂ ਲੰਘ ਰਹੇ ਨੇ। ਸਤਿਗੁਰੂ ਜੀ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਵੀ ਇਹ ਸਿੱਖ ਤੁਹਾਡਾ ਚੜ੍ਹਾਈ ਕਰ ਗਿਆ ਹੈ। ਫਿਰ ਮਹਾਰਾਜ ਅਸੀਂ ਆਪਣੇ ਦੇਸ਼ ਵਾਪਸ ਚੱਲੇ ਹਾਂ, ਇਹਦੀ ਹੁਣ ਉੱਥੇ ਜਾ ਕੇ ਕਿਰਿਆ ਕਰਮ ਸਾਰਾ ਕਰਾਂਗੇ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹ ਤਾਂ ਸਾਡਾ ਬੜਾ ਪਿਆਰ ਵਾਲਾ ਸਿੱਖ, ਤੁਸੀਂ ਸਾਰੇ ਬੜੇ ਪਿਆਰ ਵਾਲੇ ਸਿੱਖ, ਤੁਹਾਡੀ ਤੇ ਸਾਡੇ ਨਾਲ ਪ੍ਰੀਤ ਹੀ ਬੜੀ, ਤੁਸੀਂ ਬੜਾ ਭਿੱਜ ਕੇ ਬਾਣੀ ਪੜ੍ਹਦੇ ਹੋ, ਗਾਉਂਦੇ ਹੋ ਬਾਣੀ ਨੂੰ, ਤੁਹਾਡੇ ਵਰਗੇ ਸਿੱਖ ਸਾਨੂੰ ਮਿਲਦੇ ਨਹੀਂ ਛੇਤੀ। ਅਸੀਂ ਇਸ ਸਿੱਖ ਦਾ ਆਪਣੇ ਹੱਥੀਂ ਸੰਸਕਾਰ ਕਰਾਂਗੇ। ਸਿੱਖਾਂ ਨੂੰ ਇਸ਼ਾਰਾ ਕੀਤਾ, ਚਿਖਾ ਤਿਆਰ ਕਰਾਤੀ। ਮਹਾਰਾਜ ਕਰਾਂਗੇ, ਕਹਿੰਦੇ ਕਰਾਂਗੇ ਵੀ ਇੱਥੇ, ਬਾਹਰ ਨਹੀਂ, ਇੱਥੇ ਆਪਣੇ ਕੋਲ ਹੀ ਕਰਾਂਗੇ। ਜਦੋਂ ਤਿਆਰੀ ਕਰ ਲਈ, ਉਹ ਸਿੱਖ ਸੁਣਦਾ ਰਿਹਾ, ਜਿਹੜਾ ਅਰਥੀ ਤੇ ਪਿਆ ਹੋਇਆ ਸੀ ਨਾ, ਸਾਰਾ ਸੁਣਦਾ ਰਿਹਾ। ਜਦੋਂ ਚਿਖਾ ਤੇ ਰੱਖਿਆ, ਉਹਨੂੰ ਪਤਾ ਲੱਗ ਗਿਆ, ਉੱਠ ਕੇ ਭੱਜ ਖਲੋਤਾ। ਉਹ ਸਾਰਾ ਜਿਹੜਾ ਪਰਦਾ ਪਾਈ ਫਿਰਦੇ ਸੀ, ਆਪਣੇ ਆਪ ਨੂੰ ਸਿਆਣੇ ਬਣੇ ਫਿਰਦੇ ਸੀ, ਉਹ ਪਰਦਾ ਉਗੜ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਬਾਣੀ ਪੜ੍ਹਦੇ ਹੋ, ਕੀਰਤਨ ਵੀ ਕਰਦੇ ਹੋ, ਸੁਣਦੇ ਵੀ ਹੋ, ਵਿਚਾਰਦੇ ਵੀ ਹੋ, ਪਰ ਅੰਦਰ ਪ੍ਰੀਤ ਨਹੀਂ ਆਈ, ਪ੍ਰਤੀਤ ਨਹੀਂ ਆਈ। ਜਦੋਂ ਤੱਕ ਇਹ ਗੱਲ ਨਹੀਂ ਬਣਦੀ, ਬਾਹਰਲਾ ਗਾਵਿਆ ਹੋਇਆ, ਪੜ੍ਹਿਆ ਹੋਇਆ, ਸੁਣਿਆ ਹੋਇਆ, ਉਹ ਸਾਨੂੰ ਕੋਈ ਲਾਭ ਨਹੀਂ ਦਿੰਦਾ। ਲੱਖਾਂ ਨੇਕੀਆਂ, ਲੱਖਾਂ ਚੰਗਿਆਈਆਂ, ਲੱਖਾਂ ਪਾਠ ਕਰੇ, ਜਿੰਨੇ ਮਰਜ਼ੀ ਕਰੀ ਜਾਵੇ, ਪਾਤਸ਼ਾਹ ਕਹਿੰਦੇ ਇਹ ਸਾਰੇ ਕਰਮ ਵਿਅਰਥ ਚਲੇ ਜਾਂਦੇ ਨੇ, ਕਿਉਂਕਿ ਅੰਦਰ ਪ੍ਰੀਤ ਨਹੀਂ ਆਈ, ਪ੍ਰਤੀਤ ਨਹੀਂ ਆਈ। ਦੋ ਚੀਜ਼ਾਂ ਨੇ, ਇੱਕ ਪ੍ਰੀਤ ਔਰ ਇੱਕ ਪ੍ਰਤੀਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ, ਪ੍ਰੀਤ ਪ੍ਰਤੀਤ ਕੀ ਲੇਸ ਬਿਨਾ ਸਿੱਖ ਪੰਡਤ ਗਾਵਤ ਜਾਵਤ ਹਾਰੀ। ਮਹਾਰਾਜ ਜੀ ਦੇ ਬਚਨ ਇੱਥੋਂ ਆਰੰਭ ਹੁੰਦੇ ਨੇ, ਰੋਵਤ ਰੀਝ ਪਰੈ ਗੁਰਦੇਵ ਤੋਂ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਵੀ ਕੋਈ ਕੀਰਤਨ ਕਰਦਿਆਂ, ਕੋਈ ਕਥਾ ਕਰਦਿਆਂ ਰੋਣ ਲੱਗ ਜਾਵੇ। ਕਈ ਵਾਰ ਆਪਾਂ ਵੇਖਦੇ ਹਾਂ, ਕੋਈ ਗੁਰੂ ਦੀ ਗੱਲ ਸੁਣਾਉਂਦਿਆਂ ਵੈਰਾਗ ਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੇ ਇੱਦਾਂ ਗੁਰੂ ਖੁਸ਼ ਹੁੰਦਾ ਹੋਵੇ, ਰੋਵਤ ਰੀਝ ਪਰੈ ਗੁਰਦੇਵ ਤੋਂ ਮੂਹੇ ਕੋ ਰੋਵਤ ਗ੍ਰਾਮ ਕੀ ਨਾਰੀ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਪਿੰਡ ਦੀਆਂ, ਨਗਰ ਮਹੱਲੇ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਆਉਂਦੀਆਂ ਨੇ, ਰੋਂਦੀਆਂ ਨੇ, ਬੜਾ ਉੱਚੀ ਉੱਚੀ ਵਰਲਾਪ ਕਰਦੀਆਂ ਨੇ। ਕਹਿੰਦੇ ਫਿਰ ਤੇ ਕੰਮ ਹੀ ਸੌਖਾ ਹੈ। ਜੇ ਰੋਣ ਨਾਲ ਹੀ ਗੁਰੂ ਖੁਸ਼ ਹੁੰਦਾ ਹੋਵੇ, ਫਿਰ ਤੇ ਕੰਮ ਹੀ ਸੌਖਾ ਹੈ। ਪਾਤਸ਼ਾਹ ਕਹਿੰਦੇ ਇਹ ਗੱਲ ਮੈਨੇ ਨਹੀਂ ਰੱਖਦੀ, ਤੁਹਾਡੇ ਸਰੀਰ ਦੀ ਬਾਹਰਲੀ ਕਿਰਿਆ ਕੀ ਹੈ, ਇਹ ਗੱਲ ਮੈਨੇ ਰੱਖਦੀ ਹੈ ਤੁਹਾਡੇ ਅੰਦਰ ਪ੍ਰੀਤ ਹੈ, ਪ੍ਰਤੀਤ ਹੈ ਕਿ ਨਹੀਂ। ਇੱਕ ਪ੍ਰੀਤ, ਇੱਕ ਪ੍ਰਤੀਤ। ਤੋ ਸਾਹਿਬ ਸੱਚੇ ਪਾਤਸ਼ਾਹ ਇਹ ਦੂਸਰੇ ਸ਼ਲੋਕ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਪੌੜੀ ਵਾਲਾ ਸ਼ਬਦ ਬਾਕੀ ਹੈ, ਆਉਣ ਵਾਲੇ ਸਮੇਂ ਅੰਦਰ ਸਾਂਝ ਪਾਵਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।